ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ हे संसार ताप हरण है करुणा में सब दुख हरो हे शरण जोग दयाल है दीनानाथ मया करो शरीर स्वस्थ खीन समय सिमरंत नानक राम दमोदर माधव है शरीर स्वस्थ खीन समय है राम दमोदर सिमरंत नानक राम दमोदर सिमरंत नानक राम दमोदर माधव है नमः शिंबा कबीर जुलाहा पूरे गुर ते गत पाई ब्रह्म के बेते शब्द पछाण है ब्रह्म के बेते शब्द पछाण है हमै जात गवाई सुर नर तिनकी बाणी गावे है सुर नर तिनकी बाणी गावे है कोई ना मिटे भाई ਧੰਨ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮੁੰਦੇ ਗੁਣਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਉ ਵਿਣ ਰਾਸੀ ਵਾਪਾਰੀਆ ਤੱਕੇ ਕੁੰਡਾਂ ਚਾਰੋ ਮੂਲ ਨਾ ਬੁਝੈ ਆਪਣਾ ਵਸਤਰ ਹੀ ਘਰ ਬਾਰ ਵਿਣ ਵਖਰ ਦੁਖ ਅਗਲਾ ਕੂੜ ਮੁਠੀ ਕੁੜਿਆਰ ਵਿਣ ਵਖਰ ਦੁਖ ਅਗਲਾ ਕੂੜ ਮੁਠੀ ਕੂੜਿਆ
ਗੁਰਤਾ ਗੱਦੀ ਤੇ ਬਿਰਾਜਮਾਨ, ਸਰਵਰੇ ਕਾਇਨਾਤ, ਰਹਿਮਤਾਂ ਦੇ ਸਾਗਰ, ਜੁਗੋ ਜੁਗ ਅਟਲ, ਤਿੰਨਾਂ ਭਵਨਾਂ ਦੇ ਮਾਲਕ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ, ਸੱਚੇ ਮਹਿਲ ਦੇ ਮਾਲਕ, ਸਭ ਤੋਂ ਵੱਡੇ, ਸਭ ਤੋਂ ਉੱਚੇ, ਪ੍ਰੀਤਮ ਪਿਆਰੇ, ਪਰਮਾਤਮ ਸਰੂਪ, ਆਪ ਹਾਜ਼ਰ ਨਾਜ਼ਰ, ਨਿਰਮਲਿਆਂ ਤੋਂ ਨਿਰਮਲ, ਪਾਵਨ ਸਰੂਪ, ਚਵਰ ਛਤਰ ਤਖਤ ਦੇ ਮਾਲਕ, ਅਸ਼ਰਫ ਉਲ ਮਖਲੂਕਾਤ ਨੂੰ ਜੀਵਨ ਦੀ ਸਿੱਖਿਆ ਪ੍ਰਦਾਨ ਕਰਨ ਵਾਲੇ, ਸ੍ਰਿਸ਼ਟੀ ਦੇ ਸਰਦਾਰ ਨੂੰ ਦੁਨੀਆ ਦੇ ਵਿੱਚ ਜੀਵਨ ਜਿਉਣ ਦੀ ਜਾਂਚ ਸਿਖਾਉਣ ਵਾਲੇ ਤੇ ਮੁਕਤੀ ਪ੍ਰਦਾਨ ਕਰਨ ਵਾਲੇ, ਧੰਨ ਧੰਨ ਸ਼ਬਦ ਅਵਤਾਰ, ਗਰੀਬ ਨਿਵਾਸ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਤਿਗੁਰੂ ਜੀ ਦੇ ਸੋਹਣੇ ਦਰਬਾਰ ਦੇ ਵਿੱਚ ਹਾਜ਼ਰੀਨ, ਵੱਡ ਭਾਗੇ ਸਤ ਸੰਗੀ ਜਨੋ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਪਵਿੱਤਰ ਸ਼ਬਦ ਦੀ ਕੱਲ ਆਪਾਂ ਸ਼ੁਰੂਆਤ ਕੀਤੀ ਸੀ। ਅੱਜ ਅਗਲੇਰੇ ਪਦੇ ਦੀ ਵਿਚਾਰ ਨਾਲ ਜੁੜੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕੀ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਹੀ ਇਹ ਸੱਚੇ ਪਾਤਸ਼ਾਹ ਜੀ ਦਾ ਜੋ ਪਵਿੱਤਰ ਉਪਦੇਸ਼ ਹੈ ਇਹ ਸਮਝ ਪੈ ਸਕਦਾ ਹੈ। ਗਰੀਬ ਨਵਾਜ਼ ਆਪ ਹੀ ਉਪਦੇਸ਼ ਸਮਝਾਉਣ ਤੇ ਆਪ ਹੀ ਕਿਰਪਾ ਕਰਕੇ ਸਾਨੂੰ ਸੋਝੀ ਪ੍ਰਦਾਨ ਕਰਨ। ਇਹ ਅਰਦਾਸ ਬੇਨਤੀ ਕਰਦਿਆਂ ਹੋਇਆਂ ਸਾਹਿਬ ਦੇ ਸੋਹਣੇ ਚਰਨਾਂ ਦੇ ਅੰਦਰ ਫਤਿਹ ਅਰਜ਼ ਕਰਦਾ। ਆਪ ਜੀ ਕਰੋ ਰਸਨਾ ਪਵਿੱਤਰ, ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੰਦੇ ਗੁਣਦਾਸੀ ਸੁਖ ਹੋਏ। ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਬਚਨ। ਮਹਾਰਾਜ ਜੀ ਕਹਿੰਦੇ ਭੋਲੀਏ ਜੀਵ ਇਸਤਰੀਏ ਗੁਣਦਾਸੀ, ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨ ਵਾਸਤੇ ਗੁਣਾਂ ਦੀ ਦਾਸੀ ਬਣ ਜਾ। ਪਰਮਾਤਮਾ ਦੀ ਦਾਸੀ ਬਣਨਾ ਪਵੇਗਾ, ਸੇਵਕ ਬਣਨਾ ਪਵੇਗਾ ਜੇ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨਾ ਹੈ। ਕਿਉਂਕਿ ਪਿਛਲੇ ਪਦੇ ਦੇ ਵਿੱਚ ਬਚਨ ਆਇਆ ਹੈ, ਮਹਾਰਾਜ ਜੀ ਕਹਿੰਦੇ ਨੇ ਬਿਨ ਗੁਣ ਜਨਮ ਵਿਨਾਸ਼। ਬਿਨਾਂ ਪਰਮਾਤਮਾ ਦੇ ਗੁਣ ਧਾਰਨ ਤੋਂ ਜਿਹੜਾ ਜਨਮ ਹੈ ਉਹ ਵਿਅਰਥ ਚਲਾ ਜਾਂਦਾ ਹੈ। ਇਸ ਲਈ ਪਰਮਾਤਮਾ ਦੇ ਗੁਣਾਂ ਦੇ ਧਾਰਨੀ ਬਣਨਾ ਬਹੁਤ ਜ਼ਰੂਰੀ ਹੈ। ਇਹ ਜਿਹੜੀਆਂ ਪਰਮਾਰਥੀ ਖੂਬੀਆਂ ਹਨ ਬੰਦੇ ਦੇ ਵਿੱਚ ਆ ਜਾਣ, ਕਿਵੇਂ ਆਉਣ? ਸਤਿਗੁਰੂ ਜੀ ਕਹਿ ਰਹੇ ਨੇ ਕਿ ਪਰਮਾਤਮਾ ਦੀ ਦਾਸੀ ਬਣ ਤਾਂ ਪਰਮਾਤਮਾ ਦੇ ਗੁਣ ਤੇਰੇ ਹਿਰਦੇ ਦੇ ਵਿੱਚ ਆਉਣਗੇ ਤੇ ਤੇਰਾ ਜੀਵਨ ਸੁਖੀ ਹੋਵੇਗਾ, ਆਤਮਿਕ ਜੀਵਨ ਦੀ ਤੈਨੂੰ ਪ੍ਰਾਪਤੀ ਹੋਵੇਗੀ। ਸਾਧ ਸੰਗਤ ਸਪਸ਼ਟ ਹੈ ਬਚਨ ਮਹਾਰਾਜ ਦੀ ਬਾਣੀ ਦਾ ਕਿ ਨਾਮ ਜਪਿਆਂ ਧਰਮ ਕਮਾਇਆ ਹੀ ਹਿਰਦੇ ਦੇ ਅੰਦਰ ਪਰਮਾਤਮਾ ਦੇ ਗੁਣ ਪ੍ਰਵੇਸ਼ ਕਰਦੇ ਹਨ। ਅੱਗੇ ਸਾਹਿਬ ਕਹਿੰਦੇ ਅਵਗਣ ਤਿਆਗ ਸਮਾਈਐ, ਗੁਰਮਤਿ ਪੂਰਾ ਸੋਏ ਰਹਾਉ। ਜਿੱਥੇ ਗੁਣਾਂ ਨੂੰ ਧਾਰਨ ਕਰਨਾ ਹੈ ਉੱਥੇ ਔਗਣਾਂ ਨੂੰ ਤਿਆਗਣਾ ਹੈ, ਮਾੜੀਆਂ ਆਦਤਾਂ ਛੱਡ ਦੇਣੀਆਂ ਹਨ। ਨਾਮ ਜਪਣ ਦੇ ਨਾਲ ਸਾਧ ਸੰਗਤ ਜਿੱਥੇ ਮਾੜੀਆਂ ਆਦਤਾਂ ਛੁੱਟਦੀਆਂ ਨੇ, ਬੁਰੀਆਂ ਇੱਛਾਵਾਂ ਦਾ ਵੀ ਨਾਸ ਹੋ ਜਾਂਦਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਜੋ ਪਵਿੱਤਰ ਬਾਣੀ ਹੈ ਆਨੰਦ ਸਾਹਿਬ, ਮਹਾਰਾਜ ਜੀ ਕਹਿੰਦੇ ਹਨ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਉਹਦਾ ਮਤਲਬ ਅੰਦਰ ਜਿਹੜੀ ਮਾੜੀ ਇੱਛਾ ਉਹ ਖਤਮ ਹੋ ਜਾਂਦੀ ਹੈ।
ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਉਹ ਵਾਹਿਗੁਰੂ ਜੋ ਸ਼ਾਂਤੀ ਦਾ ਸੋਮਾ ਹੈ, ਉਹਦੀ ਕਿਰਪਾ ਦੇ ਸਦਕਾ ਜਿਹੜੀਆਂ ਚੰਗੀਆਂ ਇੱਛਾਵਾਂ ਨੇ ਉਹ ਰਹਿ ਜਾਂਦੀਆਂ, ਉਹ ਪੂਰੀਆਂ ਕਰ ਦਿੰਦਾ ਪਰਮਾਤਮਾ। ਭਗਤ ਦੀ ਇਹ ਵਡਿਆਈ ਹੈ, ਭਗਤੀ ਦੀ ਇਹ ਮਹਿਮਾ ਹੈ ਤੇ ਭਗਤ ਦੀ ਇਹ ਵਡਿਆਈ ਹੈ। ਸੱਚਾ ਪਾਤਸ਼ਾਹ ਆਪ ਵਡਿਆਈ ਆਪਣੇ ਭਗਤ ਨੂੰ ਪ੍ਰਦਾਨ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਮਤਿ ਪੂਰਾ ਸੋਏ, ਗੁਰੂ ਦੀ ਮੱਤ ਨੂੰ ਧਾਰਨ ਕੀਤੇ ਬਿਨਾ, ਗੁਰੂ ਵਾਲੇ ਬਣੇ ਤੋਂ ਬਿਨਾ ਕਿਸੇ ਨੂੰ ਅੱਜ ਤੱਕ ਪੂਰਾ ਪਰਮਾਤਮਾ ਨਹੀਂ ਮਿਲਿਆ। ਰਹਾਉ ਵਿਣ ਰਾਸੀ ਵਾਪਾਰੀਆ, ਤੱਕੇ ਕੁੰਡਾਂ ਚਾਰੋ। ਰਾਸ ਦਾ ਮਤਲਬ ਹੈ ਖਜ਼ਾਨਾ, ਸੌਦਾ। ਸਾਧ ਸੰਗਤ ਰਾਸ ਦਾ ਮਤਲਬ ਆਪਾਂ ਕੱਢਾਂਗੇ ਕਿ ਜੋ ਪੂੰਜੀ ਹੈ, ਪੂੰਜੀ ਨਹੀਂ ਹੈ ਵਪਾਰੀ ਦੇ ਕੋਲ। ਮਹਾਰਾਜ ਜੀ ਕਹਿ ਰਹੇ ਨੇ ਪੂੰਜੀ ਤੋਂ, ਰਾਸ ਤੋਂ, ਸੌਦੇ ਤੋਂ ਸਖਣਾ ਹੈ ਤੇ ਉਹ ਨਫੇ ਦੇ ਵਾਸਤੇ ਚਾਰ ਛਪੇਰੇ ਵੇਖੀ ਜਾਂਦਾ। ਕੀ ਫਾਇਦਾ? ਮਹਾਰਾਜ ਕਹਿੰਦੇ ਕਿਉਂਕਿ ਕੋਲ ਜਿਹੜਾ ਵਪਾਰ ਹੈ ਉਹ ਸਾਧ ਸੰਗਤ ਲੈਣ ਦੇਣ ਦੇ ਉੱਤੇ ਖਲੋਤਾ ਹੁੰਦਾ। ਵਪਾਰ ਦੀ ਉਂਝ ਮਨੁੱਖੀ ਜੀਵਨ ਦੇ ਵਿੱਚ ਬੜੀ ਅਹਿਮੀਅਤ ਹੈ। ਵਪਾਰ ਦੇ ਨਾਲ ਹੀ ਦੇਸ਼ ਉੱਨਤੀ ਕਰਦਾ ਹੈ, ਕੌਮ ਉੱਨਤੀ ਕਰਦੀ ਹੈ, ਮਨੁੱਖ ਉੱਨਤੀ ਕਰਦਾ ਹੈ। ਪਰ ਇਹ ਜਿਹੜਾ ਵਪਾਰ ਹੈ ਇਹਦੇ ਵਾਸਤੇ ਇੱਕ ਜ਼ਰੂਰੀ ਸ਼ਰਤ ਹੈ ਵੀ ਕੋਲੋਂ ਕੁਝ ਨਾ ਕੁਝ ਪਹਿਲਾਂ ਪੂੰਜੀ ਲਾਉਣੀ ਪੈਂਦੀ ਹੈ। ਮਹਾਰਾਜ ਕਹਿੰਦੇ ਕੋਲ ਪੂੰਜੀ ਨਹੀਂ ਹੈ, ਖਾਲੀ ਹੈ ਤੇ ਵਪਾਰੀ ਚਾਰ ਛਪੇਰੇ ਵੇਖਦਾ, ਚਾਰੇ ਬੰਨੇ। ਤੱਕੇ ਕੁੰਡਾਂ ਚਾਰ, ਉਹਦਾ ਮਤਲਬ ਵਿਅਰਥ ਹੈ ਉਹਦਾ ਵੇਖਣਾ ਵੀ ਮੈਂ ਨਫਾ ਕਮਾ ਲਵਾਂ। ਕੋਲ ਕਿਉਂਕਿ ਉਹਦੇ ਮਹਾਰਾਜ ਜੀ ਕਹਿੰਦੇ ਪੂੰਜੀ ਨਹੀਂ ਹੈ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਮੂਲ ਨਾ ਬੂਝੈ ਆਪਣਾ, ਵਸਤਰ ਹੀ ਘਰ ਬਾਰੋ। ਮੂਲ ਜਿਹੜਾ ਸਾਡਾ ਸਾਰਿਆਂ ਦਾ ਉਹ ਹੈ ਪਰਮ ਆਤਮਾ। ਪਰਮਾਤਮਾ ਜੋ ਪਰਮ ਤੱਤ ਹੈ ਉਹ ਮੂਲ ਹੈ। ਉਹਦਾ ਪਤਾ ਨਹੀਂ ਲੱਗਿਆ ਇਹਨੂੰ, ਉਹਦੇ ਨਾਲ ਇਹ ਜੁੜਿਆ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਜਿਹੜੀ ਵਸਤੂ ਪਰਮਾਤਮਾ ਨੇ ਇਹਦੇ ਅੰਦਰ ਹੀ ਟਿਕਾਈ ਹੈ, ਅੰਦਰ ਵਸਤ ਰਹੀ ਘਰ ਬਾਹਰ, ਉੱਥੇ ਪਈ ਰਹਿੰਦੀ ਹੈ ਅੰਦਰ ਹੀ। ਕੋਈ ਇਹਦੀ ਜਾਣ ਪਛਾਣ ਨਹੀਂ ਹੁੰਦੀ, ਉਹਨੂੰ ਲੱਭ ਨਹੀਂ ਪਾਉਂਦਾ। ਅੰਦਰ ਕੀ ਟਿਕਾਇਆ ਵਾਹਿਗੁਰੂ ਨੇ। ਮਹਾਰਾਜ ਬਾਣੀ ਦੇ ਵਿੱਚ ਫਿਰ ਇਹ ਗੱਲ ਨੂੰ ਖੋਲਦੇ ਨੇ। ਸੱਚੇ ਪਾਤਸ਼ਾਹ ਦਾ ਬਾਣੀ ਦੇ ਵਿੱਚ ਬਚਨ ਹੈ, ਸਾਹਿਬ ਜੀ ਕਹਿੰਦੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਮਹਾਰਾਜ ਕਹਿੰਦੇ ਮਨ ਮੁਖਾਂ ਸਾਧ ਨ ਪਾਇਆ। ਫਿਰ ਸਾਹਿਬ ਉਦਾਹਰਨ ਦਿੰਦਿਆਂ ਕਹਿੰਦੇ ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਜਿਵੇਂ ਕਸਤੂਰੀ ਮਿਰਗ ਦੀ ਆਪਣੀ ਨਾਭੀ ਦੇ ਵਿੱਚ ਹੈ, ਉਹਨੂੰ ਜਦੋਂ ਉਹਦੀ ਵਾਸ਼ਨਾ ਆਉਂਦੀ ਹੈ, ਖੁਸ਼ਬੂ ਆਉਂਦੀ ਹੈ, ਉਹਦੇ ਉੱਤੇ ਮੋਹ ਧੋ ਕੇ ਦੌੜਦਾ ਹੈ, ਭੱਜਦਾ ਹੈ ਵੀ ਕਿੱਥੋਂ ਆ ਰਹੀ ਹੈ ਇੰਨੀ ਪਿਆਰੀ ਖੁਸ਼ਬੂ ਜਿਹੜੀ ਉਹਨੂੰ ਮੋਹਿਤ ਕਰ ਲੈਂਦੀ ਹੈ। ਤੇ ਇਸ ਤਰ੍ਹਾਂ ਨਾਲ ਉਹ ਭਰਮਦਾ ਹੈ। ਮਹਾਰਾਜ ਕਹਿੰਦੇ ਖੁਆਰ ਹੁੰਦਾ ਹੈ, ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਾਜੋ ਬਿਖ ਸੰਗ੍ਰਹਿ, ਕਰਤੈ ਆਪ ਖਵਾਇਆ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਾਲ ਉਹ ਖੁਆਰ ਹੁੰਦਾ ਹੈ। ਉਹ ਖੁਆਰ ਹੁੰਦਾ ਮਨੁੱਖ ਜਿਹੜਾ ਹੈ, ਇਹ ਸਾਧ ਸੰਗਤ ਵਾਹਿਗੁਰੂ ਦੀ ਰਜਾ ਹੀ ਹੈ। ਇਸ ਤਰ੍ਹਾਂ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਦਰ ਟਿਕਾਈ ਹੈ ਵਸਤੂ, ਨਾਮ ਦੀ ਵਸਤੂ ਅੰਦਰ ਹੈ, ਉਹ ਮਿਲੇਗੀ ਪੂਰੇ ਗੁਰੂ ਤੋਂ ਬਿਨਾਂ ਨਹੀਂ ਮਿਲ ਸਕਦੀ। ਜਿਹੜੇ ਭਗਤ ਪੀਪਾ ਜੀ ਹੋਏ ਨੇ ਉਹਨਾਂ ਦਾ ਬਚਨ ਹੈ, ਆਪ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਜੋ ਵਾਹਿਗੁਰੂ ਨੇ ਬਾਹਰ ਬ੍ਰਹਮੰਡ ਵਿੱਚ ਪੈਦਾ ਕੀਤਾ ਹੈ, ਕਿੰਨੀ ਵੱਡੀ ਉਹਨਾਂ ਦੀ ਖੋਜ ਹੈ। ਇਹ ਜਿਹੜੇ ਭਗਤ ਪੀਪਾ ਜੀ ਨੇ ਨਿੱਕੀ ਉਮਰ 'ਚ ਇਹਨਾਂ ਨੂੰ ਰਾਜ ਮਿਲ ਗਿਆ ਸੀ ਸਾਧ ਸੰਗਤ। ਕੁਦਰਤੀ ਗੱਲ ਖੁਆਰੀ ਧਿਉਣੀ ਹੈ, 12 ਵਿਆਹ ਕਰਾਏ, 12 ਰਾਣੀਆਂ ਸਨ ਇਹਨਾਂ ਦੀਆਂ। ਉਂਝ ਦੁਰਗਾ ਦੇ ਪੁਜਾਰੀ ਸਨ ਤੇ ਇਸ ਤਰ੍ਹਾਂ ਨਾਲ ਇਹ ਭੋਗਾਂ ਦੇ ਵਿੱਚ, ਵਿਲਾਸ ਦੇ ਵਿੱਚ ਇਹ ਖੁਸ਼ ਰਹਿ ਕਾਫੀ ਉਮਰ ਇਹਨਾਂ ਦੀ ਲੰਘ ਗਈ। ਪਰ ਜਿਸ ਵਕਤ ਅੰਦਰ ਅਹਿਸਾਸ ਪੈਦਾ ਹੋਇਆ ਵੀ ਕਿਉਂਕਿ ਜਿਨ੍ਹਾਂ ਦੀ ਆਤਮਾ ਉੱਚੀ ਹੁੰਦੀ ਹੈ ਉਹਨਾਂ ਨੂੰ ਅੰਦਰੋਂ ਅੰਦਰ ਹੀ ਸਾਧ ਸੰਗਤ ਕੋਈ ਨਾ ਕੋਈ ਤਾਂਘ ਬਣੀ ਰਹਿੰਦੀ ਹੈ, ਭੁੱਖ ਬਣੀ ਰਹਿੰਦੀ ਹੈ। ਉਹਨਾਂ ਦੀ ਮੰਗ ਪਰਮਾਤਮਾ ਹੁੰਦੀ ਹੈ ਜਿਨ੍ਹਾਂ ਦਾ ਪਿਛਲੇ ਸਮੇਂ ਦੇ ਵਿੱਚ ਪੂਰਬ ਦੇ ਅੰਦਰ ਬੰਦਗੀ ਹੋਵੇ।
ਇਸ ਕਰਕੇ ਜਦੋਂ ਰਾਮਾਨੰਦ ਜੀ ਕੋਲ ਆਏ, ਭਗਤ ਰਾਮਾਨੰਦ ਜੀ ਕੋਲ, ਕਹਿੰਦੇ ਨਾਮ ਦੀ ਦਾਤ ਚਾਹੀਦੀ ਹੈ, ਸ਼ਬਦ ਦੀ ਪ੍ਰਾਪਤੀ ਵਾਸਤੇ ਆਏ। ਉਹ ਕਹਿੰਦੇ ਤੇਰੇ ਵਰਗੇ ਰਾਜੇ ਨੂੰ ਨਹੀਂ ਦਿੱਤਾ ਜਾ ਸਕਦਾ, ਇਹ ਖਜ਼ਾਨਾ ਮੁਲਕ ਹੈ। ਖੈਰ ਇਸ ਤਰ੍ਹਾਂ ਨਾਲ ਵਾਪਸ ਮੁੜ ਗਏ, ਫਿਰ ਛੱਡ ਦਿੱਤਾ ਰਾਜ ਪਾਟ ਸਭ ਕੁਝ। ਫਿਰ ਇਸ ਤਰ੍ਹਾਂ ਨਾਲ ਇੱਕ ਰਾਣੀ ਸੀ ਇਹਨਾਂ ਦੇ ਨਾਲ ਚੱਲੀ ਹੈ ਤੇ ਬੰਦਗੀ ਦੇ ਰਾਹ ਉੱਤੇ ਚੱਲ ਪਏ। ਸਾਧ ਸੰਗਤ ਇੰਨੀ ਵੱਡੀ ਉਹਨਾਂ ਦੀ ਖੋਜ ਹੈ, ਸਾਹਿਬ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹਨਾਂ ਦੀ ਬਾਣੀ ਦਰਜ ਹੈ। ਭਗਤ ਪੀਪਾ ਜੀ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਬ੍ਰਹਮੰਡ ਦੇ ਵਿੱਚ ਹੈ ਉਹ ਕੁਝ ਪਰਮਾਤਮਾ ਨੇ ਮਨੁੱਖ ਦੇ ਅੰਦਰ ਪੈਦਾ ਕੀਤਾ। ਇਹਦਾ ਮਤਲਬ ਮਨੁੱਖ ਦਾ ਜਿਹੜਾ ਸਰੀਰ ਹੈ ਉਹ 5-6 ਫੁੱਟ ਦਾ ਮਿੱਟੀ ਦਾ ਪੁਤਲਾ ਨਹੀਂ, ਇਹਦੇ ਵਿੱਚ ਪਰਮਾਤਮਾ ਆਪ ਬੈਠਾ ਹੈ। ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਹੈ ਅੰਦਰ, ਪਰ ਖੋਜ ਕਰਨੀ ਪੈਣੀ। ਮਹਾਰਾਜ ਕਹਿੰਦੇ ਨਾ ਗੁਰੂ ਤੇਗ ਬਹਾਦਰ ਸਾਹਿਬ, ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ। ਆਪਣੇ ਆਪ ਦੀ ਪਛਾਣ ਕਰਨੀ ਪੈਣੀ ਹੈ, ਉਹ ਨਹੀਂ ਹੋ ਸਕਦੀ ਗੁਰਾਂ ਤੋਂ ਬਿਨਾਂ। ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਇਹ ਜਿਹੜਾ ਪਰਮ ਤਤ ਹੈ, ਪਰਮ ਤਤ ਪਰਮਾਤਮਾ ਵਾਹਿਗੁਰੂ, ਉਹਦੀ ਪ੍ਰਾਪਤੀ ਨਹੀਂ ਹੋ ਸਕਦੀ ਗੁਰਾਂ ਦੀ ਕਿਰਪਾ ਤੋਂ ਬਿਨਾਂ। ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਦਾ ਆਪਾਂ ਸੋਹਲਾ ਸਾਹਿਬ ਦੀ ਬਾਣੀ ਚ ਅਖੀਰਲਾ ਸ਼ਬਦ ਪੜ੍ਹਦੇ ਹਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸੇ ਜਗਾਏ ਪਿਆਵੈ ਇਹ ਰਸ, ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ। ਗਰੀਬ ਨਵਾਜ ਕਹਿੰਦੇ ਜਿਹਦੇ ਵਾਸਤੇ ਤੂੰ ਆਇਆ ਸੰਸਾਰ ਅੰਦਰ, ਕੀ ਲੈਣ ਆਇਆ ਸੰਸਾਰ ਵਿੱਚ? ਜ਼ਿੰਦਗੀ ਦਾ ਮਨੋਰਥ ਕੀ ਹੈ? ਖਾ ਲਿਆ, ਪੀ ਲਿਆ, ਸੌ ਲਿਆ, ਫਿਰ ਧੰਦੇ ਧੰਦਾਰ ਕਰ ਲੈ, ਫਰੀਦਾ ਚਾਰ ਗਵਾਇਆ। ਮਹਾਰਾਜ ਦੀ ਬਾਣੀ ਚਾਰ ਗਵਾਇਆ, ਸੋਏ ਕੇ ਚਾਰ ਗਵਾਇਆ ਹੰਡ। ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ, ਕਿਹੜੇ ਕੰਮ ਆਇਆ? ਕੀ ਖੱਟਣ ਆਇਆ ਦੁਨੀਆ ਦੇ ਅੰਦਰ? ਸੱਚੇ ਪਾਤਸ਼ਾਹ ਮਹਾਰਾਜ ਨੇ ਬਾਣੀ ਦੇ ਵਿੱਚ ਆਖਿਆ, ਕਬੀਰ ਮਾਨਸ ਜਨਮ ਤੁਲੰਬ ਹੈ, ਹੋਏ ਨਾ ਬਾਰੈ ਬਾਰ। ਜੋ ਬਨ ਫਲ ਪਾਕੇ ਭੂਏ ਗਿਰੈ, ਬੌਰ ਨਾ ਲਾਗੇ ਡਾਰ। ਰਹਿ ਰਾਸ ਸਾਹਿਬ ਦੀ ਬਾਣੀ ਵਿੱਚ ਜਿਹੜਾ ਧੰਨ ਗੁਰੂ ਸ਼ਹੀਦਾਂ ਦੇ ਸਰਤਾਜ ਦਾ ਬਚਨ ਆਉਂਦਾ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ। ਬੇਸ਼ੱਕ ਧੰਦੇ ਧੰਦਾਰ ਕਰਨ ਵਾਲਾ ਬੰਦਾ ਵੀ ਕਹਿੰਦਾ ਜੀ ਇਹੀ ਤੇ ਧਰਮ ਹੈ ਜੋ ਮੈਂ ਕਰ ਰਿਹਾ। ਇੱਕ ਧਰਮ ਨਹੀਂ, ਬੱਚੇ ਪਾਲਣੇ, ਬੱਚੇ ਪੈਦਾ ਕੀਤੇ, ਬੱਚਿਆਂ ਨੂੰ ਪਾਲਦਾ ਪਿਆ ਤੇ ਮੈਂ ਕਿਰਤ ਕਰਦਾ, ਇਹ ਧਰਮ ਨਹੀਂ। ਖਿਮਾ ਕਰਨਾ ਸਾਧ ਸੰਗਤ, ਧਰਮ ਹੈ ਪ੍ਰਮਾਤਮਾ ਦਾ ਨਾਮ ਜਪਣਾ, ਗੁਰੂ ਵਾਲੇ ਬਣਨਾ ਤੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੀ ਬੰਦਗੀ ਕਰਨਾ। ਇਸ ਲਈ ਆਇਆ ਮਨੁੱਖ ਸੰਸਾਰ ਵਿੱਚ। ਇਹ ਵਪਾਰ ਹੈ, ਇਹਨੂੰ ਆਪਾਂ ਵਪਾਰ ਦੀ ਕੜੀ ਦੇ ਵਿੱਚ ਜੋੜਾਂਗੇ। ਦੁੱਖ ਦੀ ਗੱਲ, ਮਨੁੱਖ ਨੂੰ ਵਪਾਰ ਕਰਨਾ ਆ ਗਿਆ। ਬੜੀ ਮਨੁੱਖ ਨੇ ਉન્નਤੀ ਕੀਤੀ, ਬੜੀ ਤਰੱਕੀ ਕੀਤੀ, ਪਰ ਜਿਸ ਦੇ ਲਈ ਆਇਆ ਸੀ ਸੰਸਾਰ ਵਿੱਚ ਉਹ ਵਪਾਰ ਨਾ ਕੀਤਾ। ਜਿਹੜਾ ਮਹਾਰਾਜ ਕਹਿ ਰਹੇ ਨਾ ਕਿ ਵਪਾਰ ਕਰਨਾ ਹੈ, ਤੇ ਮੈਂ ਅਰਜ਼ ਕੀਤਾ ਆਪ ਜੀ ਦੇ ਸਨਮੁਖ ਕਿ ਵਪਾਰ ਨਹੀਂ ਹੋ ਸਕਦਾ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਕੋਲੋਂ ਪੂੰਜੀ ਨਾ ਲਾਈਏ। ਕੋਲੋਂ ਪੂੰਜੀ ਲਾਉਣੀ ਪੈਂਦੀ ਹੈ। ਪਰਮਾਤਮਾ ਨੇ ਸਾਨੂੰ ਪੂੰਜੀ ਦੇ ਕੇ ਤੋਰਿਆ ਸੰਸਾਰ 'ਚ। ਮਹਾਰਾਜ ਦੀ ਬਾਣੀ 'ਚ ਬਚਨ ਹੈ, ਸਤਿਗੁਰੂ ਕਹਿੰਦੇ ਦਮ ਦਿੱਤੇ ਤੈਨੂੰ, ਸਾਹ ਦਿੱਤੇ ਨੇ, ਇਹ ਪੂੰਜੀ ਹੈ। ਫਿਰ ਤੂੰ ਇਹਨੂੰ ਖਰਚ ਅੱਗੇ, ਇਹਦੇ ਨਾਲ ਵਪਾਰ ਕਰ। ਜੋ ਸਾਹਿਬ ਦਾ ਬਚਨ ਆਉਂਦਾ ਹੈ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਵਿਅਰਥ ਨਾ ਜਾਵੇ ਦਮ। ਦਮ ਕਰਕੇ ਸੰਭਾਲ ਕਰ ਪ੍ਰਮਾਤਮਾ ਦੀ। ਇੱਕ ਬਚਨ ਲਿਖਿਆ ਹੈ ਸਾਧ ਸੰਗਤ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਹੋਰਾਂ ਨੇ। ਆਪ ਜੀ ਕਹਿੰਦੇ ਨੇ, ਬਗੈਰ ਅਜ਼ਾਦੇ ਖੁਦਾ, ਖੁਦਾ ਦੀ ਜਾਤ ਤੋਂ ਬਿਨਾ। ਕਹਿੰਦੇ ਅੱਜ ਦਾ ਜਿਹੜਾ ਸਮਾਂ ਲੰਘ ਗਿਆ ਨਾ ਮੇਰਾ, ਜਿਹੜੇ ਸਵਾਸ ਮੇਰੇ ਗੁਜ਼ਰ ਗਏ, ਕਿਉਂਕਿ ਸਵਾਸ ਮੁੜ ਕੇ ਨਹੀਂ ਆਉਣੇ। ਗੁਜ਼ਰਿਆ ਸਮਾਂ ਦੁਬਾਰਾ ਮੁੜ ਨਹੀਂ ਆਉਂਦਾ, ਸਿਆਣਿਆਂ ਦਾ ਕਥਨ ਹੈ। ਭਾਈ ਸਾਹਿਬ ਜੀ ਕਹਿੰਦੇ ਨੇ, ਬਗੈਰ ਅਜ਼ਾਦੇ ਖੁਦਾ, ਕਹਿੰਦੇ ਹਨ ਦਮ ਕੇ ਗੁਜ਼ਸ਼ਤ, ਜਿਹੜੇ ਦਮ ਲੰਘ ਗਏ, ਜਿਹੜੇ ਗੁਜ਼ਰ ਗਏ। ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ, ਬਹੁਤ ਵੱਡਾ ਦੁੱਖ ਹੈ, ਬੜਾ ਵੱਡਾ ਗਿਲਾ ਹੈ। ਮੇਰੇ ਜਿਹੜੇ ਯਾਦ ਤੋਂ ਬਿਨਾ, ਵਾਹਿਗੁਰੂ ਨੂੰ ਚੇਤੇ ਕੀਤੇ ਤੋਂ ਬਿਨਾ ਦਮ ਗੁਜ਼ਰ ਗਏ। ਹੁਣ ਵੇਖੋ ਉਹਨਾਂ ਨੂੰ ਕਿੰਨਾ ਅਹਿਸਾਸ ਹੋਇਆ ਵੀ ਜ਼ਿੰਦਗੀ ਵਿਅਰਥ ਹੈ ਪ੍ਰਮਾਤਮਾ ਦੀ ਯਾਦ ਤੋਂ ਬਿਨਾ।
ਜਿਹੜੀ ਜ਼ਿੰਦਗੀ ਮੈਂ ਗੁਜ਼ਾਰ ਚੁੱਕਾ ਉਸ ਵਾਹਿਗੁਰੂ ਦੀ ਯਾਦ ਤੋਂ ਬਿਨਾਂ, ਉਹਦੀ ਉਹਨਾਂ ਨੂੰ ਪੀੜਾ ਹੋ ਰਹੀ ਹੈ। ਉਸ ਗੱਲ ਦੀ ਉਹਨਾਂ ਨੂੰ ਉਸ ਗੱਲ ਦਾ ਬੜਾ ਵੱਡਾ ਦੁੱਖ ਹੈ। ਫਿਰ ਭਾਈ ਸਾਹਿਬ ਜੀ ਕਹਿੰਦੇ ਅਲ ਗਿਆਜ਼ ਅੱਜ ਸਫਲਤੇ, ਕਹਿੰਦੇ ਅਲ ਗਿਆਜ਼, ਕਹਿੰਦੇ ਇਸ ਗੱਲ ਦਾ ਮੈਨੂੰ ਬੜਾ ਦੁੱਖ ਹੈ, ਪਰ ਸਮਾਂ ਉਹ ਸਫਲਾ ਹੈ। ਸਫਲਤੇ ਦਾ ਮਤਲਬ ਸਫਲ, ਉਹ ਕੀਮਤੀ ਹੈ ਸਮਾਂ। ਉਹੀ ਸਮੇਂ ਨੂੰ ਹੰਢਾਇਆ ਹੈ ਜਿਹੜਾ ਵਾਹਿਗੁਰੂ ਦੀ ਯਾਦ ਦੇ ਵਿੱਚ ਲੰਘਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਪਵਿੱਤਰ ਬਾਣੀ ਦੇ ਵਿੱਚ ਆਖਿਆ, ਇਹ ਜਿਹੜਾ ਵਪਾਰ ਹੈ ਨਾ, ਨਾਮ ਦਾ ਵਪਾਰ ਕਰਨਾ, ਸਤ ਸੰਗਤ ਵਿੱਚ ਬੈਠਣਾ ਤੇ ਸਾਧ ਸੰਗਤ ਧਰਮ ਨੂੰ ਜ਼ਿੰਦਗੀ ਦੇ ਵਿੱਚ ਕਮਾਉਣਾ, ਇਹ ਅਮੁੱਲਕ ਵਪਾਰ ਹੈ। ਜਪਜੀ ਸਾਹਿਬ ਦੀ ਬਾਣੀ 'ਚ ਆਪਾਂ ਪੜ੍ਹਦੇ ਹਾਂ ਬਚਨ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ। ਮਹਾਰਾਜ ਕਹਿੰਦੇ ਜਿਹੜਾ ਵਪਾਰ ਕਰਨ ਵਾਲਾ ਉਹ ਵੀ ਅਮੁੱਲਕ ਹੈ, ਵਪਾਰ ਵੀ ਅਮੁੱਲਕ ਹੈ। ਜਿਹਦਾ ਵਪਾਰ ਕਰਨਾ ਨਾਮ ਦਾ ਵਪਾਰ, ਸਤਿਗੁਰਾਂ ਦੀ ਕਿਰਪਾ ਸਦਕਾ, ਉਹ ਪਰਮਾਤਮਾ ਵੀ ਅਮੁੱਲਕ ਹੈ। ਤੇ ਜਿਹੜਾ ਵਪਾਰ ਕਰ ਰਿਹਾ ਹੈ ਗੁਰੂ ਦਾ ਸਿੱਖ, ਉਹਨੂੰ ਵੀ ਮਹਾਰਾਜ ਅਮੁੱਲਕ ਬਣਾ ਦਿੰਦੇ ਨੇ, ਕਿਉਂਕਿ ਬਾਣੀ ਦਾ ਕੋਈ ਮੁੱਲ ਨਹੀਂ, ਮੁੱਲ ਨਹੀਂ ਕੋਈ ਦੇ ਸਕਦਾ। ਕੋਈ ਕਹਿੰਦਾ ਵੀ ਮੈਂ ਮੁੱਲ ਦੇਵਾਂਗਾ, ਕੀਰਤਨ ਦਾ, ਕਥਾ ਦਾ, ਬਾਣੀ ਦੀ ਪਾਠ ਦਾ ਮੁੱਲ ਨਹੀਂ, ਭੇਟਾ ਹੁੰਦੀ ਹੈ, ਮੁੱਲ ਦਿੱਤਾ ਹੀ ਨਹੀਂ ਜਾ ਸਕਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਤੂੰ ਵਪਾਰ ਕਰਨ ਆਇਆ। ਆਪਾਂ ਸਾਹਿਬ ਦੀ ਬਾਣੀ ਪੜ੍ਹਦੇ ਆ, ਮਹਾਰਾਜ ਨੇ ਬੜਾ ਆਪਾਂ ਨੂੰ ਹਲੂਣਿਆ, ਵੱਖਰੀ ਗੱਲ, ਢੀਠਾ ਮਿੱਟੀ ਆਪਾਂ ਆਪਣੇ ਉੱਤੇ ਅਸਰ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਉਦਮ ਕਰਿੰਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਤੂੰ ਜਿੱਥੇ ਕਿਰਤ ਕਰਨੀ ਹੈ ਉੱਥੇ ਨਾਮ ਦੀ ਸੰਭਾਲ ਕਰ। ਇਹ ਜਿਹੜਾ ਨਾਮ ਕਿਵੇਂ ਜਪਣਾ, ਫਿਰ ਮਹਾਰਾਜ ਇਹ ਵੀ ਕਹਿੰਦੇ, ਸਤਿਗੁਰੂ ਜੀ ਕਹਿੰਦੇ ਉਠਤ ਬੈਠਤ ਸੋਵਤ ਧਿਆਈਐ। ਜਿੱਥੇ ਅੰਮ੍ਰਿਤ ਵੇਲੇ ਦੀ ਸੰਭਾਲ ਦੇ ਉੱਤੇ ਜ਼ੋਰ ਦਿੱਤਾ ਹੈ, ਉੱਥੇ ਮਹਾਰਾਜ ਜੀ ਕਹਿੰਦੇ ਉੱਠਦਿਆਂ ਬਹਿੰਦਿਆਂ ਕੋਸ਼ਿਸ਼ ਕਰ, ਕੰਮ ਕਾਜ ਕਰਦਿਆਂ ਪਰਮਾਤਮਾ ਦੀ ਬੰਦਗੀ ਕਰ, ਸ਼ਬਦ ਦੀ ਆਰਾਧਨਾ ਕਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਨਾਮ ਦਾ ਵਪਾਰ ਹੈ, ਹਰ ਕੇ ਨਾਮ ਕੇ ਵਪਾਰੀ। ਮਹਾਰਾਜ ਕਹਿੰਦੇ ਨਾਮ ਦੇ ਜਿਹੜੇ ਵਪਾਰੀ ਨੇ ਉਹਨਾਂ ਦੇ ਉੱਤੇ ਕਿਰਪਾ ਹੋ ਜਾਂਦੀ ਹੈ। ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਛੁੱਟੇਗੀ ਸੰਸਾਰੀ ਉਦੋਂ, ਇਹ ਕਹਿ ਸਕਦੇ ਹਾਂ ਬੰਦਾ ਸੰਸਾਰੀ ਨਹੀਂ ਰਹਿੰਦਾ, ਦੁਨੀਆਦਾਰ ਨਹੀਂ ਰਹਿੰਦਾ, ਜਿਹਦੇ ਨਾਮ ਪੱਲੇ ਪੈ ਗਿਆ। ਉਹ ਫਿਰ ਉਹਦੇ ਅੰਦਰ ਜਗਿਆਸਾ ਪੈਦਾ ਹੋ ਜਾਂਦੀ, ਉਹਨੂੰ ਜਗਿਆਸੂ ਆਖੀਦਾ, ਸੰਸਾਰੀ ਨਹੀਂ ਕਹੀਦਾ। ਉਹ ਧਰਮ ਦੇ ਰਾਹ ਉੱਤੇ ਤੁਰ ਪਿਆ। ਜੇ ਸਿੱਖੀ ਦੇ ਅਨੁਸਾਰ ਸਮਝਣਾ ਹੈ ਤੇ ਕਹਿ ਲਓ ਸਿੱਖ ਬਣ ਗਿਆ, ਕਿਉਂਕਿ ਸਿੱਖ ਜਿਹੜਾ ਉਹ ਪੈਂਡਾ ਹੈ, ਰਾਹ ਹੈ ਜਿਹੜਾ ਇਹਦੇ ਉੱਤੇ ਚੱਲ ਪਿਆ। ਉਸ ਤੋਂ ਅੱਗੇ ਗੱਲ ਵੱਖਰੀ ਹੈ ਵੀ ਤਰੱਕੀ ਹੈ, ਜਿਹਨੂੰ ਮਹਾਰਾਜ ਬਖਸ਼ ਦੇਵੇ ਉਹ ਸਿੰਘ ਹੈ। ਜਿਹੜਾ ਮੰਜ਼ਲ ਹੈ ਉਹ ਸਾਧ ਸੰਗਤ ਮਹਾਰਾਜ ਨੇ ਬਾਣੀ ਦੇ ਵਿੱਚ ਆਖੀ ਹੈ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਖਾਲਸਾ ਮੰਜ਼ਲ ਹੈ ਜਿੱਥੇ ਪਵਿੱਤਰਤਾ ਹੈ, ਜਿੱਥੇ ਨਿਰਮਲਤਾ ਹੈ, ਜਿੱਥੇ ਸਾਰੇ ਦੂਸ਼ਣ ਖਤਮ ਹੋ ਗਏ। ਸਤਿਗੁਰੂ ਮਹਾਰਾਜ ਜੀ ਇਹ ਬਚਨ ਬਖਸ਼ਿਸ਼ ਕਰ ਰਹੇ ਨੇ। ਅੱਜ ਮਹਾਰਾਜ ਦਾ ਪਵਿੱਤਰ ਬਚਨ ਆਇਆ ਵੀ ਵਪਾਰ ਕਰੋ, ਨਾਮ ਦਾ ਵਪਾਰ ਕਰੋ। ਤੇ ਇਹ ਜਿਹੜਾ ਨਾਮ ਦਾ ਵਪਾਰ ਹੈ ਇਹ ਗੁਰਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਗੁਰੂ ਵਾਲੇ ਬਣਨਾ ਤੇ ਫਿਰ ਗੁਰੂ ਦੇ ਰਾਹੀਂ ਪਵਿੱਤਰ ਸ਼ਬਦ ਦੀ ਆਰਾਧਨਾ ਕਰਨੀ। ਆਪਣੇ ਮੂਲ ਨੂੰ ਜਿਹੜਾ ਨਹੀਂ ਬੁੱਝਦਾ, ਵਾਹਿਗੁਰੂ ਨਾਲ ਜਿਹੜਾ ਨਹੀਂ ਜੁੜਦਾ, ਉਹਦੇ ਅੰਦਰ ਵਸਤੂ ਤੇ ਪਰਮਾਤਮਾ ਨੇ ਰੱਖੀ ਹੈ ਪਰ ਸਖਣਾ ਰਹਿੰਦਾ। ਮਹਾਰਾਜ ਜੀ ਇਹ ਕਹਿ ਰਹੇ। ਇੱਕ ਬਚਨ ਹੈ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਦਾ ਕਵਿਤ ਹੈ। ਆਪ ਜੀ ਕਹਿੰਦੇ ਹਨ, ਕਿਉਂਕਿ ਕਵਿਤ ਦੀ ਚਾਲ ਦੇ ਵਿੱਚ ਆਪ ਉਦਾਹਰਨਾਂ ਦਿੰਦੇ ਵੱਖਰੀਆਂ ਵੱਖਰੀਆਂ ਸਮਝਾਉਣ ਵਾਸਤੇ। ਪਹਿਲੀ ਉਹਨਾਂ ਨੇ ਉਦਾਹਰਨ ਦਿੱਤੀ, ਆਪ ਕਹਿੰਦੇ ਜੈਸੇ ਬੈਲ ਤੇਲੀ ਕੋ ਜਾਣਤ ਕਈ, ਕੋਸ ਚਲਿਓ ਜਾਤ ਨੈਣ ਉਂਗਰਤ ਵਾਹੀ, ਠਾਉ ਹੀ ਠਿਕਾਨੋ ਹੈ। ਜਿਵੇਂ ਬੈਲ ਤੇਲੀ ਦਾ ਪੁਰਾਣੇ ਸਮੇਂ ਦੇ ਅੰਦਰ ਜਦੋਂ ਸਾਧ ਸੰਗਤ ਜੀ ਤੇਲੀ ਜਿਹੜਾ ਹੈ, ਤੇਲ ਕੱਢਣ ਵਾਲਾ, ਕੋਲੂ ਦਾ ਮਾਲਕ, ਉਹ ਜਦੋਂ ਉਹਨੂੰ ਚਲਾਉਂਦਾ, ਤੇਲ ਕੱਢਣਾ ਜਿਵੇਂ ਸਰੋਂ ਪਾਈ ਵਿੱਚ ਜਾਂ ਕੋਈ ਹੋਰ ਉਹਦੇ ਵਿੱਚ ਪਾ ਕੇ ਜਦੋਂ ਉਹਨੂੰ ਤੇਲ ਕੱਢਣਾ ਉਹਦਾ, ਤੇ ਕੋਲੂ ਨੂੰ ਚਲਾਉਣ ਦਾ ਸਾਧਨ ਉਹ ਬੈਲ ਉਹਦੇ ਅੱਗੇ, ਬਲਦ ਜਿਹੜਾ ਉਹ ਉਹਦੇ ਅੱਗੇ ਜੋਇਆ ਜਾਂਦਾ, ਉਹ ਘੁਮਾਉਂਦਾ ਸੀ। ਉਹਨੇ ਘੁੰਮੀ ਜਾਣਾ ਬਲਦ ਨੇ ਸਾਰਾ ਦਿਨ। ਉਹਨੂੰ ਕਹਿੰਦੇ ਕੋਲੂ ਦਾ ਬੈਲ।
ਇਸ ਤਰ੍ਹਾਂ ਨਾਲ ਉਹ ਘੁੰਮੀ ਜਾਂਦਾ, ਉੱਥੇ ਦਾ ਉੱਥੇ ਹੀ ਰਹਿੰਦਾ, ਜਾਂਦਾ ਤੇ ਕਿਤੇ ਨਹੀਂ, ਕਿਉਂਕਿ ਉਹ ਚੱਕਰ ਕੱਟੀ ਜਾਂਦਾ ਹੈ। ਤੇ ਭਾਈ ਸਾਹਿਬ ਜੀ ਦੇ ਅੰਦਰ ਬ੍ਰਹਮ ਗਿਆਨ ਹੈ। ਆਪ ਕਹਿੰਦੇ ਬੈਲ ਸਮਝਦਾ ਮੈਂ ਕਿਤੇ ਜਾ ਰਿਹਾ, ਜਾਂਦਾ ਕਿਤੇ ਨਹੀਂ, ਉੱਥੇ ਹੀ ਹੈ, ਚੱਕਰ ਕੱਟੀ ਜਾਂਦਾ ਹੈ। ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚਲਿਓ ਜਾਤ, ਪਰ ਕਹਿੰਦੇ ਨੈਣ ਉਂਗਰਤ ਵਾਹੀ ਠਾਉ ਹੀ ਠਿਕਾਨੋ ਹੈ। ਜਦੋਂ ਨੈਣ ਉਹਦੇ ਖੋਲਦਾ, ਉਹਦਾ ਮਾਲਕ ਤੇਲੀ, ਉਹਦੇ ਜਿਹੜੀਆਂ ਅੱਖਾਂ ਦੇ ਉੱਤੇ ਖੋਪੇ ਬੰਨੇ, ਪੱਟੀ ਬੰਨੀ, ਜਦੋਂ ਖੋਲਦਾ ਹੈ ਫਿਰ ਉਹਨੂੰ ਪਤਾ ਲੱਗਦਾ ਵਿਚਾਰੇ ਨੂੰ ਕਿ ਉੱਥੇ ਹੀ ਆ ਮੈਂ ਜਿੱਥੇ ਮੈਨੂੰ ਸਵੇਰੇ ਜੋਇਆ ਸੀ, ਮੈਂ ਕਿਤੇ ਨਹੀਂ ਗਿਆ, ਉੱਥੇ ਹੀ ਖਲੋਤਾ। ਫਿਰ ਉਹ ਦੂਸਰੀ ਉਦਾਹਰਨ ਆਪ ਕਹਿੰਦੇ ਹਨ, ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿੰਤ ਖਾਤ ਜਾਤ ਬਸ਼ਰੋ ਟਟੋਰੈ ਪਛਤਾਨੋ ਹੈ। ਜੇਵਰੀ ਦਾ ਮਤਲਬ ਹੁੰਦਾ ਰੱਸੀ। ਨੇਤਰਹੀਣ ਬੰਦਾ ਰੱਸੀ ਵੱਟਦਾ ਹੈ, ਉਹ ਵੱਟੀ ਤੇ ਜਾਂਦਾ ਹੈ, ਕਿਉਂਕਿ ਹੱਥ ਵਿੱਚ ਸ਼ਫਾ ਦਿੱਤੀ, ਵਾਹਿਗੁਰੂ ਨੇ ਕਲਾ ਦਿੱਤੀ ਹੈ ਵੱਟਣ ਦੀ, ਉਹ ਵੱਟੀ ਜਾਂਦਾ ਹੈ। ਕੋਲ ਉਹਦੇ ਬੱਚਾ ਹੈ, ਭਾਈ ਸਾਹਿਬ ਜੀ ਕਹਿੰਦੇ ਗਊ ਦਾ ਬੱਚਾ ਵੱਛਾ, ਉਹਦਾ ਜਾਇਆ ਗਊ ਦਾ ਵੱਛਾ। ਆਦਤ ਹੁੰਦੀ ਹੈ ਗਊ ਨੂੰ, ਇਹ ਨਸਲ ਨੂੰ ਆਦਤ ਹੁੰਦੀ ਹੈ ਮੂੰਹ ਮਾਰਨ ਦੀ, ਉਹ ਖਾਈ ਜਾਂਦਾ ਰੱਸੀ ਨੂੰ, ਕੋਲ ਬੱਚਾ ਹੈ। ਤੇ ਜਿੰਨੀ ਉਹਨੇ ਰੱਸੀ ਵੱਟੀ ਹੈ ਨੇਤਰਹੀਣ ਨੇ ਵਿਚਾਰੇ ਨੇ, ਉਹ ਸਾਰੀ ਤੇ ਖਾ ਗਿਆ ਵੱਛਾ। ਫਿਰ ਆਪ ਜੀ ਕਹਿੰਦੇ ਟਟੋਰੈ ਪਛਤਾਨੋ ਹੈ, ਉਹਨੂੰ ਟਟੋਲਦਾ, ਵੇਖਦਾ ਕਿੰਨੀ ਲੰਮੀ ਵੱਟ ਲਈ, ਪਛਤਾਉਂਦਾ ਤਾਂ ਹੈ ਕਿਉਂਕਿ ਪੱਲੇ ਕੁਝ ਨਾ ਪਿਆ, ਜਿੰਨੀ ਵੱਟੀ ਉਹ ਸਾਰੀ ਖਾ ਗਿਆ। ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿੰਤ ਖਾਤ ਜਾਤ ਬਸ਼ਰੋ ਟਟੋਰੈ ਪਛਤਾਨੋ ਹੈ। ਤੀਸਰੀ ਉਦਾਹਰਨ, ਜੈਸੇ ਮਿਰਗ ਤ੍ਰਿਸ਼ਨਾ ਲੋ ਧਾਵੈ ਮਿਰਗ ਤ੍ਰਿਖਾਵੰਤ, ਆਵਤ ਨ ਸ਼ਾਂਤ ਪਰਮ ਪਰਮਤ ਹੈਰਾਨੋ ਹੈ। ਜਿਹੜਾ ਆਪਾਂ ਸਾਹਿਬ ਦੀ ਬਾਣੀ ਵਿੱਚ ਹੁਣੇ ਬਚਨ ਪੜਿਆ ਕਿ ਜਿਹੜਾ ਮਿਰਗ ਹੈ, ਹਿਰਨ ਹੈ, ਉਹਦੇ ਅੰਦਰ ਨਾਭੀ ਬਣਦੀ, ਨਾਭੀ ਦੇ ਵਿੱਚ ਬਣਦੀ ਹੈ ਕਸਤੂਰੀ। ਉਹ ਕਸਤੂਰੀ ਦੀ ਸਮੈਲ ਕਰਕੇ ਦੌੜਦਾ, ਭੱਜਦਾ ਕਸਤੂਰੀ ਨੂੰ ਪ੍ਰਾਪਤ ਕਰਨ ਦੇ ਲਈ, ਬਾਹਰ ਤੇ ਕਸਤੂਰੀ ਹੈ ਨਹੀਂ ਕਿਤੇ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਦੋਂ ਉਹਨੂੰ ਲੱਗਦੀ ਹੈ ਪਿਆਸ ਮਿਰਗ ਨੂੰ, ਉਹ ਦੌੜਦਾ ਹੈ। ਇਹ ਜਿਹਨੂੰ ਭੱਖ ਲੂਣਾ ਨਜ਼ਰ ਆਉਂਦੇ, ਕਹਿੰਦੇ ਹੁੰਦੇ ਨਾ ਬਜ਼ੁਰਗ, ਬੜੀ ਗਰਮੀ ਪੈ ਰਹੀ ਹੈ, ਜਿਵੇਂ ਸੜਕ ਦੇ ਉੱਤੇ ਤਪਸ਼ ਹੈ, ਦੂਰੋਂ ਇਉਂ ਲੱਗਦਾ ਵੀ ਪਾਣੀ ਦਾ ਅੱਗੇ ਸੋਮਾ, ਪਾਣੀ ਹੈ ਅੱਗੇ। ਇਸੇ ਤਰ੍ਹਾਂ ਨਾਲ ਰੇਗਿਸਤਾਨ ਵਿੱਚ ਬੜੀ ਗਰਮੀ ਪੈ ਰਹੀ ਹੋਵੇ ਤਾਂ ਨਜ਼ਰ ਪੈਂਦਾ ਵੀ ਅੱਗੇ ਪਾਣੀ ਹੈ, ਪਰ ਪਾਣੀ ਹੁੰਦਾ ਨਹੀਂ, ਉਹ ਇੱਕ ਮਹਿਜ਼ ਇੱਕ ਭੁਲੇਖਾ ਹੈ। ਇਸ ਤਰ੍ਹਾਂ ਉਸ ਭੁਲੇਖੇ ਦੇ ਵਿੱਚ ਭੱਜਦਾ ਹੈ ਮਿਰਗ। ਉਹ ਦੌੜਨ ਦੇ ਨਾਲ ਉਹਦੀ ਪਿਆਸ ਹੋਰ ਵੱਧਦੀ ਹੈ, ਹੋਰ ਵੱਧਦੀ ਹੈ, ਪਾਣੀ ਦੀ ਪ੍ਰਾਪਤੀ ਹੁੰਦੀ ਨਹੀਂ। ਅੰਤ ਨੂੰ ਰੇਗਿਸਤਾਨ ਵਿੱਚ ਘਿਰਿਆ ਵਿਚਾਰਾ ਦਮ ਤੋੜ ਦਿੰਦਾ ਹੈ। ਭਾਈ ਸਾਹਿਬ ਜੀ ਇੰਨੀਆਂ ਉਦਾਹਰਨਾਂ, 3 ਉਦਾਹਰਨਾਂ ਦੇ ਕੇ ਕਹਿੰਦੇ ਹਨ, ਤੈਸੇ ਸੁਪਨੰਤਰ ਦਿਸੰਤਰ ਬਿਹਾਏ ਗਈ, ਪਹੁੰਚਿਓ ਨਾ ਤਾਹਾਂ ਜਹਾਂ ਮੋਹੇ ਜਾਨੋ ਹੈ। ਦੁੱਖ ਦੀ ਗੱਲ ਹੈ ਕਿ ਤੈਨੂੰ ਜੀਵਨ ਮਿਲਿਆ, ਇਸ ਵਾਸਤੇ ਮਿਲਿਆ ਕਿ ਗੁਰਾਂ ਦੀ ਸ਼ਰਨ ਪੈ ਕੇ ਬੰਦਗੀ ਕਰਕੇ ਜਨਮ ਸਫਲ ਕਰ ਲਾ, ਜੀਵਨ ਦੀ ਬਾਜੀ ਨੂੰ ਜਿੱਤ ਲਾ। ਪਰ ਤੂੰ ਤੇ ਜਾ ਰਿਹਾ, ਆਇਆ ਤੇ ਦੁਨੀਆ ਵਿੱਚ ਦੇਵਤਿਆਂ ਵਾਂਗ ਸਾਂ, ਜਾ ਰਿਹਾ ਤੇ ਰਾਖਸ਼ਾਂ ਵਾਂਗ ਜਾ ਰਿਹਾ, ਪਸ਼ੂ ਬਣ ਕੇ ਜਾ ਰਿਹਾ, ਜੀਵਨ ਦੀ ਬਾਜੀ ਹਾਰ ਕੇ ਜਾ ਰਿਹਾ ਸੰਸਾਰ ਤੋਂ, ਕਿਉਂਕਿ ਤੇਰੀ ਉਮਰ ਲੰਘ ਗਈ। ਭਾਈ ਸਾਹਿਬ ਕਹਿੰਦੇ ਸੁਪਨੇ ਵੇਖਦਿਆਂ, ਘੁੰਮਦਿਆਂ ਫਿਰਦਿਆਂ, ਦੁਨੀਆ ਦੇ ਵਿੱਚ ਭਰਮਣ ਕਰਦਿਆਂ, ਜਿਹਦੇ ਲਈ ਆਇਆ ਸੀ ਉਹ ਨਾ ਤੂੰ ਇਕੱਠਾ ਕੀਤਾ ਨਾਮ ਧਨ, ਤੈਸੇ ਸੁਪਨੰਤਰ ਦਸੰਤਰ ਬਿਹਾਏ ਗਈ, ਪਹੁੰਚਿਓ ਨਾ ਤਾਹਾਂ ਜਹਾਂ ਮੋਹੇ ਜਾਨੋ ਹੈ। ਮਹਾਰਾਜ ਜੀ ਕਹਿ ਰਹੇ ਨੇ, ਵਣਜ ਕਰ ਵਪਾਰੀ ਐ ਤੂੰ, ਤੇ ਸੰਸਾਰ ਵਿੱਚ ਨਾਮ ਦਾ ਵਪਾਰ ਕਰ, ਵਿਣ ਵੱਖਰ ਦੁੱਖ ਅਗਲਾ, ਕੂੜ ਮੁੱਠੀ ਕੁੜਿਆਰ। ਇਹ ਨਾਮ ਧਨ ਇਕੱਠਾ ਨਾ ਕੀਤੇ ਤੋਂ ਬਿਨਾਂ ਬਹੁਤ ਵੱਡਾ ਦੁੱਖ ਹੁੰਦਾ ਆਤਮਾ ਨੂੰ। ਤੇ ਜਿਹੜਾ ਝੂਠਾ ਇਨਸਾਨ ਹੈ, ਕੂੜਾ ਇਨਸਾਨ ਹੈ, ਉਹ ਵਪਾਰ ਵਿੱਚ ਲੱਗਾ ਹੋਇਆ, ਕੂੜੇ ਪਦਾਰਥਾਂ ਦੇ ਵਪਾਰ ਵਿੱਚ। ਨਾਮ ਦਾ ਵਪਾਰ ਉਹ ਕਰਦਾ ਨਹੀਂ, ਜਿਸ ਕਰਕੇ ਉਹ ਆਪਣਾ ਜਨਮ ਵਿਅਰਥ ਗਵਾ ਬੈਂਦਾ ਹੈ। ਬੇਅੰਤ ਹੋਈਆਂ ਗਲਤੀਆਂ ਭੁੱਲਾਂ ਲਈ ਖਿਮਾ ਬਖਸ਼ੋ ਜੀ। ਹੁਣ ਆਪ ਜੀ ਦੇ ਸਨਮੁਖ ਸਤਿਕਾਰਯੋਗ ਭਾਈ ਪ੍ਰਿਥੀਪਾਲ ਸਿੰਘ ਜੀ, ਗੁਰੂ ਮਹਾਰਾਜ ਦੇ ਰਾਗੀ ਸਾਹਿਬ ਲੁਧਿਆਣੇ ਵਾਲੇ, ਆਓ ਉਹਨਾਂ ਪਾਸੋਂ ਸਾਹਿਬ ਦੀ ਬਾਣੀ ਦਾ ਹਰ ਜਸ ਕੀਰਤਨ ਸੁਣ ਕੇ ਲਾਹਾ ਖੱਟੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।